हेलो अस्सलाम वालेकुम सत श्री अकाल। मैं ਤੁਹਾਡੇ ਨਾਲ ਨਨਕਾਣਾ ਸਾਹਿਬ ਮੌਜੂਦ ਹਾਂ और इस टाइम लोगों ਨਾਲ ਗੱਲਬਾत कर रहे हैं, पूछने कितों आए ने, किस वेले पहुंचे ने और इस टाइम की नाम है सरकार अपना? जी गुरमीत सिंह मेरा नाम है जी। अच्छा गुरमीत ਸਾਹਿਬ, ਤੁਸੀਂ ਵੀ ਜਰਮਨ ਤੋਂ ਆਏ ਹੋ ਜੀ। ਕਿੱਦਾਂ ਦਾ ਲੱਗਾ ਇੱਥੇ ਆ ਕੇ? ਨਹੀਂ ਇੱਥੇ ਅਸੀਂ ਪਹਿਲੀ ਦਫਾ ਨਹੀਂ, ਤਕਰੀਬਨ ਮੈਂ ਚੌਥੀ ਦਫਾ ਆਇਆ। ਕਿਸ ਤਰ੍ਹਾਂ ਦਾ ਲੱਗਿਆ ਤੇ ਤਾਂ ਮਤਲਬ ਸਾਡੀ ਆਤਮਾ ਹੀ ਦੱਸ ਸਕਦੇ ਸਾਨੂੰ ਕਿਸ ਤਰ੍ਹਾਂ ਦਾ ਲੱਗਿਆ, ਪਰ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਅਸੀਂ ਆਪਣੀ ਉਸ ਧਰਤੀ ਨੂੰ, ਉਸ ਪੈਗੰਬਰ ਨੂੰ, ਉਸ ਗੁਰੂ ਨੂੰ ਜਿਨ੍ਹਾਂ ਦਾ ਇੱਥੇ ਜਨਮ ਸਥਾਨ ਹੋਇਆ, ਜਿਹੜੇ ਸਾਡੇ ਸਿੱਖ ਧਰਮ ਦੇ ਬਾਨੀ ਹੋਣ, ਜਦੋਂ ਉਹਨਾਂ ਦੇ ਦਰ ਦੇ ਉੱਪਰ ਨਤਮਸਤਕ ਹੋਈਏ ਫਿਰ ਮਨ ਦੀ ਫੀਲਿੰਗ ਕਿੱਦਾਂ ਦੀ ਹੁੰਦੀ ਹੈ। ਤਾਂ ਫਿਰ ਤੁਸੀਂ ਆਪਣੇ ਆਪ ਵੀ ਬੜੇ ਖੁਸ਼ ਨਹੀਂ ਦੱਸਿਆ ਜਾ ਸਕਦਾ, ਪਰ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਜਿਹਨਾਂ ਸਾਨੂੰ ਸੁਭਾਗ ਇੱਥੇ ਮਿਲਿਆ, ਸਾਨੂੰ ਇੱਥੇ ਨਤਮਸਤਕ ਹੋਣ ਦਾ। ਅੱਛਾ ਜਰਮਨ ਤੋਂ ਤਾਂ ਈਜ਼ੀਲੀ ਆ ਗਏ ਹੋਵੋਗੇ, ਤੇ ਜਦੋਂ ਇੰਡੀਆ ਤੋਂ ਆਉਂਦੇ, ਇੰਡੀਆ ਤੋਂ ਡਾਇਰੈਕਟ ਵੀ ਕਦੇ ਆਏ ਇੱਥੇ? ਨਹੀਂ, ਇੰਡੀਆ ਤੋਂ ਡਾਇਰੈਕਟ ਜੇ ਅਸੀਂ ਆਪਾਂ ਹੁਣ ਜੇ ਖੁੱਲ੍ਹੇ ਰੂਪ ਵਿੱਚ ਗੱਲ ਕਰੀਏ, ਅਸੀਂ ਉਸੇ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਦਾ, ਅਸੀਂ ਉਸੇ ਸਿਧਾਂਤ 'ਤੇ ਤੁਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਜ਼ੁਲਮ ਹੈ, ਜ਼ਾਲਮ ਹੈ, ਜਿਹੜੀ ਜ਼ਾਲਮ ਨੇ ਉਹ ਜ਼ੁਲਮ ਕਰ ਰਹੇ ਲੋਕਾਂ ਦੇ ਉੱਪਰ, ਉਹਨਾਂ ਦੇ ਹੱਕ ਨਹੀਂ ਦੇ ਰਹੇ। ਜੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਬਾਬਰ ਸੀ, ਅੱਜ ਬਾਬਰ ਦੇ ਰੂਪ ਵਿੱਚ ਹੋਰ ਸਰਕਾਰਾਂ ਨੇ। ਕਿਉਂ ਅਸੀਂ ਤਾਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਸਿੱਖਾਂ 'ਤੇ ਘੱਟ ਗਿਣਤੀ ਦੇ ਮੁਸਲਮਾਨਾਂ 'ਤੇ ਜ਼ਬਰ ਜ਼ੁਲਮ ਕਰਦੀ ਹੈ, ਉਹਨਾਂ ਦੇ ਹੱਕ ਨਹੀਂ ਦਿੰਦੇ। ਅਸੀਂ ਉਸ ਹੱਕ ਲੈਣ ਵਾਸਤੇ ਜਦੋਂ ਜੂਨ 1984 ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹ ਤੋਂ ਬਾਅਦ ਅਸੀਂ ਆਪਣੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕੀਤੀ। ਤਕਰੀਬਨ ਅਸੀਂ 30 ਸਾਲ ਤੋਂ 32 ਸਾਲ ਤੋਂ ਸਾਰੇ 28 ਸਾਲ ਤੋਂ ਅਸੀਂ ਜਲਾਵਤਨੀ ਉਸ ਆਜ਼ਾਦ ਵਾਸਤੇ, ਉਸ ਹੱਕਾਂ ਵਾਸਤੇ ਲੜਾਈ ਲੜ ਰਹੇ ਹਾਂ। ਇਸ ਕਰਕੇ ਸਾਡਾ ਭਾਰਤ ਵਿੱਚ ਜਾਣਾ ਹੈ ਅਤੇ ਸਾਡੇ ਤਾਂ ਸਾਰਿਆਂ 'ਤੇ ਪਾਬੰਦੀ ਹੈ, ਤਕਰੀਬਨ ਜਿੰਨੇ ਵੀ ਅਸੀਂ ਇੱਥੇ ਮੌਜੂਦ ਹਾਂ। ਅਤੇ ਅਸੀਂ ਵੀਰੇ ਹੁੰਦੇ ਵੀ ਜਿਹੜੇ ਦੇਸ਼ ਵਿੱਚ ਰਹਿ ਰਹੇ ਹਾਂ ਜਰਮਨੀ ਵਿੱਚ, ਅਸੀਂ ਉੱਥੋਂ ਹੀ ਆਪਣੀ ਜਿਹੜੀ ਆ ਇਸ ਧਾਰਮਿਕ ਗੁਰੂ ਸਥਾਨਾਂ ਦੀ ਦਰਸ਼ਨਾਂ ਵਾਸਤੇ ਅਸੀਂ ਫਿਰ ਇੱਥੇ ਆਉਂਦੇ ਹਾਂ। ਅੱਛਾ ਕਿੰਨਾ ਕੁ ਅਰਸਾ ਹੋ ਗਿਆ ਹਿੰਦੁਸਤਾਨ ਛੱਡੇ ਹੋਏ? ਮੈਂ ਜੀ 88 ਵਿੱਚ ਛੱਡਿਆ ਹਿੰਦੁਸਤਾਨ ਜੀ, ਤੇ ਮਿਲਾ ਲਓ ਤੁਸੀਂ 34 ਸਾਲ ਹੋ ਗਏ ਆ ਹਿੰਦੁਸਤਾਨ ਛੱਡੇ ਨੂੰ। ਅੱਛਾ, ਤੇ ਪਿੱਛੇ ਪਰਿਵਾਰ ਰਿਲੇਟਿਵ ਵਗੈਰਾ ਜਿਹੜੇ ਸਾਰੇ ਉਹ ਪਰਿਵਾਰ ਤਾਂ ਉੱਥੇ ਹੈ ਹੀ ਨੇ, ਨਹੀਂ ਬਾਕੀ ਉਹ ਜਰਮਨੀ ਆ ਕੇ ਮਿਲਦੇ ਹੋਣਗੇ? ਨਹੀਂ ਜੀ, ਸਿਰਫ ਇੱਕ ਦਫਾ ਮੇਰੇ ਪਿਤਾ ਜੀ ਤਕਰੀਬਨ ਅੱਜ ਤੋਂ ਮੈਂ 20 ਸਾਲ ਪਹਿਲਾਂ ਇਸੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਾਨੂੰ ਮਿਲੇ ਨੇ, ਅਤੇ ਉਸ ਤੋਂ ਬਾਅਦ ਇੱਕ ਦਫਾ ਮੇਰੇ ਮਾਂ ਪਿਓ ਮੈਨੂੰ ਜਰਮਨੀ ਆ ਕੇ ਮਿਲੇ ਨੇ। ਪਰ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਉਹਨਾਂ ਨੂੰ ਵੀ ਵੀਜ਼ਾ ਨਹੀਂ ਦੇ ਰਹੇ, ਸਾਡੇ ਲਈ ਵੀ ਪਾਬੰਦੀਆਂ ਨੇ। ਅਤੇ ਮਿਲਣਾ, ਪਰਿਵਾਰਾਂ ਨੂੰ ਮਿਲਣਾ, ਇੱਕ ਸਾਡਾ ਆਹ ਜਿਹੜਾ ਪਰਿਵਾਰ ਜਿਹੜਾ ਤੁਸੀਂ ਦੇਖ ਰਹੇ ਹੋ, ਅਸਲ ਵਿੱਚ ਅਸੀਂ ਇਸੇ ਪਰਿਵਾਰ ਵਿੱਚ ਜੀ ਰਹੇ ਹਾਂ। ਬਹੁਤ ਸੋਹਣਾ। ਅਤੇ ਉਸ ਪਰਿਵਾਰਾਂ ਨਾਲ ਸਾਡੀ ਸਾਂਝ ਹੈ, ਪਰ ਜਿਹੜੀ ਦੂਜੀਆਂ ਸਾਂਝਾਂ ਨੇ, ਨੇੜੇ ਦੀਆਂ ਸਾਂਝਾਂ, ਮੋਹ ਦੀ ਪਿਆਰ ਦੀਆਂ, ਮੋਹ ਦੀਆਂ ਤੰਦਾਂ, ਉਹ ਇਹਨਾਂ ਵਿੱਚ ਨੇ। ਕੋਈ ਅਸੀਂ ਨਾਲ ਹੀ ਰਹਿੰਦੇ ਹਾਂ। ਸਾਰਿਆਂ ਦੀ ਪਰਿਵਾਰਾਂ ਦਾ ਇਹੀ ਹਾਲ ਹੈ, ਕਿਸੇ ਦਾ ਮਾਤਾ ਚੜ੍ਹਾਈ ਕਰ ਗਈ, ਕਿਸੇ ਦਾ ਭਰਾ ਚੜ੍ਹਾਈ ਕਰ ਗਿਆ, ਉਹ ਉਹਨਾਂ ਤੱਕ ਮਿਲਣ ਤੱਕ ਨਹੀਂ ਜਾ ਸਕੇ। ਅਫਸੋਸ ਨਹੀਂ ਕਰ ਸਕਦੇ, ਪਿਛਲੇ ਦਿਨਾਂ 'ਚ ਗੁਰਦਿਆਲ ਸਿੰਘ ਲਾਲੀ ਉਹਨਾਂ ਦੀ ਮਾਤਾ ਦੀ ਚੜ੍ਹਾਈ ਕਰਕੇ ਸੰਸਕਾਰ ਤਾਂ ਨਹੀਂ ਜਾ ਸਕੇ, ਮਿਲ ਨਹੀਂ ਸਕੇ। ਇੱਕ ਫੀਲਿੰਗ ਹੁੰਦੀ ਹੈ ਮਾਂ ਨੇ ਜਿਹਨੇ ਜਨਮ ਦਿੱਤਾ, ਜਿਹੜੇ ਪਿਓ ਨੇ ਤੁਹਾਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਪਾਲਿਆ, ਜਿਹੜੇ ਭਰਾਵਾਂ ਦੇ ਨਾਲ ਤੁਸੀਂ ਬਰਾਬਰ ਖੇਡੇ ਹਰਸੇ ਹੋ, ਉਹ ਦੁਨੀਆ ਤੋਂ ਕੂਚ ਕਰ ਜਾਣ, ਚਲੋ ਜਾਣਾ ਸਾਰੇ ਨਹੀਂ ਹੈ, ਪਰ ਉਹਨਾਂ ਦੇ ਅਖੀਰਲੇ ਟਾਈਮ ਦੇ ਵਿੱਚ ਤੁਸੀਂ ਸ਼ਮੂਲੀਅਤ ਤੁਹਾਡੀ ਨਾ ਹੋਣੀ, ਉਹ ਤਾਂ ਫਿਰ ਉਸ ਬੰਦੇ ਨੂੰ ਮਹਿਸੂਸ ਹੁੰਦਾ ਜਿਹੜੇ ਬੰਦੇ ਨਾਲ ਭਾਣਾ ਵਾਪਰਦਾ। ਪਰ ਅਸੀਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਪਰ ਨਤਮਸਤਕ ਹੋ ਕੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਆਵਾਜ਼ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਕੀਤੀ ਜ਼ੁਲਮ ਦੇ ਖਿਲਾਫ, ਪਾਪ ਦੇ ਖਿਲਾਫ, ਪਖੰਡ ਦੇ ਖਿਲਾਫ, ਅਤੇ ਉਸ ਜ਼ੁਲਮ ਦੀ ਆਵਾਜ਼ ਨੂੰ, ਉਹ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਆ, ਇਹ ਅਸੀਂ ਆਪਣੇ ਅਖੀਰਲੇ ਦਮ ਤੱਕ ਇਸ ਆਵਾਜ਼ ਨੂੰ, ਇਹਦੇ ਉੱਪਰ ਪਹਿਰਾ ਦੇ ਕੇ, ਜਿਹਨਾਂ ਦੇ ਹੱਕ ਮਾਰੇ ਜਾ ਰਹੇ ਆ ਉਹਨਾਂ ਦੇ ਹੱਕਾਂ ਨੂੰ ਦਿਵਾਉਣ ਵਾਸਤੇ ਅਸੀਂ ਪਹਿਰਾ ਦੇ ਸਕੀਏ, ਇਹ ਅਰਦਾਸ ਕਰਨ ਵਾਸਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਚਰਨਾਂ ਵਿੱਚ ਮੌਜੂਦ ਹੋਏ ਹਾਂ। ਠੀਕ ਹੈ। ਅੱਛਾ ਤੁਸੀਂ ਦੱਸਿਆ ਕਿ ਪੈਰੈਂਟਸ ਤੁਹਾਡੇ ਇੱਕ ਵਾਰ ਇੱਥੇ ਹੀ ਆ ਕੇ ਮੁਲਾਕਾਤ ਹੋਈ ਹੈ, ਅਤੇ ਹੁਣ ਇਸ ਵਾਰ ਹੈ ਉਹਨਾਂ ਦਾ ਕੋਈ ਪਲਾਨ? ਨਹੀਂ ਜੀ, ਬਹੁਤ ਬਜ਼ੁਰਗ ਹੋ ਗਏ ਨੇ, ਹੁਣ ਤੱਕ ਕਿਸੇ ਦਾ ਵੀ ਕੋਈ ਪਲਾਨ ਨਹੀਂ। ਇਸ ਤਰ੍ਹਾਂ ਦਾ ਕਾਫੀ ਬਿਰਧ ਹੋ ਚੁੱਕੇ ਨੇ, ਅਤੇ ਇਸ ਕਰਕੇ ਬਹੁਤ ਜ਼ਿਆਦਾ ਮੁਸ਼ਕਿਲ ਹੈ। ਅਤੇ ਦੂਜੀਆਂ ਸਰਕਾਰਾਂ ਵੀ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਇਸ ਗੱਲ ਦੇ ਉੱਪਰ ਜਦੋਂ, ਅਤੇ ਹੁਣ ਭਾਵੇਂ ਦੇਖਣ 'ਤੇ ਵੀ ਕੁਛ ਨਾ ਕੁਛ ਪਾਬੰਦੀਆਂ ਲਾਉਂਦੀਆਂ ਉਹ, ਅਤੇ ਪਰ ਚਲੋ ਜਿਸ ਤਰ੍ਹਾਂ ਉਸ ਅੱਲਾਹ ਤਾਲਾ ਦਾ ਅਕਾਲ ਪੁਰਖ ਦਾ ਜਿਵੇਂ ਹੁਕਮ ਹੈ, ਅਤੇ ਉਹਦੇ ਨਾਲ ਅਸੀਂ ਉਹਦੇ 'ਚ ਆਪਣਾ ਇਲਾਕਾ ਕਿਹੜਾ ਸੀ ਪਿੱਛੇ? ਮੇਰਾ ਇਲਾਕਾ ਖੰਨੇ ਦੇ ਨੇੜੇ ਪਿੰਡ ਹੈ ਜੀ ਮੇਰਾ, ਖਨਿਆਣ। ਅੱਛਾ। ਅਤੇ ਅਸੀਂ ਉਸ ਪਿੰਡ ਨੂੰ ਬਿਲੋਂਗ ਕਰਦੇ ਹਾਂ। ਅੱਛਾ ਜੀ। ਅਤੇ ਕਿਸ ਵਜ੍ਹਾ ਤੋਂ ਤੁਸੀਂ ਜਰਮਨ ਗਏ, ਅਤੇ ਪਾਬੰਦੀ ਕਿਸ ਵਜ੍ਹਾ ਤੋਂ ਲੱਗੀ ਵਾਪਸ ਨਾ ਆਉਣ 'ਤੇ? ਦੇਖੋ, ਵਜ੍ਹਾ ਤਾਂ ਇਹੀ ਬਣੀ, ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਉਸ ਹਮਲੇ ਤੋਂ ਬਾਅਦ ਸਿੱਖਾਂ ਦੇ ਮਨ, ਮੇਰੇ ਇਕੱਲੇ ਦਾ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਲੋਕਾਂ ਨੇ ਆਪਣੇ ਵੱਡੇ ਅਹੁਦੇ ਵੀ ਤਿਆਗੇ। ਉਸ ਜਿਹੜਾ ਜੋ ਵਰਤਾਰਾ 1984 ਵਿੱਚ ਦਰਬਾਰ ਸਾਹਿਬ 'ਤੇ ਹਮਲੇ 'ਤੇ ਵਰਤਿਆ, ਉਸ ਤੋਂ ਬਾਅਦ ਸਿੱਖਾਂ ਨੇ, ਭਾਵੇਂ ਪਹਿਲਾਂ ਸਾਡੀ ਸਟਰਗਲ ਸੀ, ਜਿਵੇਂ ਪੰਜਾਬ ਦੇ ਵਿੱਚ ਸਾਨੂੰ ਉੱਥੇ ਸਾਡੇ ਹੱਕ ਨਹੀਂ ਦਿੱਤੇ ਗਏ, ਪੰਜਾਬ ਦੀ ਵੰਡ ਹੋਈ ਉਹਦੇ ਵਿੱਚ ਵੀ ਸਾਨੂੰ ਥੋੜ੍ਹਾ ਦਿੱਤਾ ਗਿਆ, ਪਾਣੀ ਨਹੀਂ ਦਿੱਤੇ ਗਏ,
ਸਿੱਖਾਂ ਦੇ ਨਾਲ ਹਮੇਸ਼ਾ ਹੀ ਹਿੰਦੁਸਤਾਨ ਦੀ ਸਰਕਾਰ ਨੇ 47 ਤੋਂ ਜਦੋਂ ਵੰਡ ਹੋਈ ਆ ਉਦੋਂ ਸਾਡੇ ਨਾਲ ਸਮਝੌਤੇ ਕੀਤੇ, ਉਹਨਾਂ ਤੋਂ ਉਹ ਮੁੱਕਰੇ। ਉਹ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕਰਦੇ ਰਹੇ। ਉਹ ਵਿਤਕਰਾ ਸਿੱਖ ਨੂੰ ਕਈਆਂ ਨੂੰ ਅਹਿਸਾਸ ਹੁੰਦਾ, ਕਈਆਂ ਨਹੀਂ ਹੁੰਦਾ, ਕਈ ਉਹਨੂੰ ਸਹਿਣ ਕਰਦੇ ਰਹੇ, ਕਈਆਂ ਨਹੀਂ ਕੀਤਾ। ਸਮੇਂ ਨੇ ਕਰਵਟ ਖਾਧੀ, ਹੌਲੀ ਹੌਲੀ ਹੋਇਆ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸਿੱਖਾਂ ਨੇ ਇੱਕ ਗੱਲ ਪਾਖ ਲਈ ਵੀ ਨਹੀਂ, ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ ਤਾਂ ਸਾਡਾ ਧਰਮ ਸੁਰੱਖਿਅਤ ਹੈ, ਨਾ ਸਾਡੇ ਹੱਕ ਸਾਨੂੰ ਮਿਲਣੇ ਨੇ, ਨਾ ਸਾਡੇ ਬੱਚੇ ਇੱਥੇ ਸੁਰੱਖਿਅਤ ਨੇ। ਇਸ ਕਰਕੇ ਅਸੀਂ ਆਪਣੇ ਵੱਖਰੇ ਰਾਜ, ਉਸ ਰਾਜ ਦੀ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਕੀਤਾ ਕਿ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਧਰਮ ਦਾ ਹੋਣਾ, ਰਾਜ ਦਾ ਹੋਣਾ, ਇੱਕ ਧਰਮ ਨੂੰ ਪ੍ਰਫੁੱਲਤ ਕਰਨਾ ਹੈ। ਬਿਲਕੁਲ। ਇਸ ਕਰਕੇ ਅਸੀਂ ਉਸ ਰਾਜ ਦੀ ਪ੍ਰਾਪਤੀ ਖਾਤਰ ਅਸੀਂ ਉਹ ਆਵਾਜ਼ ਬੁਲੰਦ ਕੀਤੀ, ਅੱਜ ਵੀ ਕਰ ਰਹੇ ਹਾਂ, ਅਖੀਰਲੇ ਦਮ ਤੱਕ ਕਰਾਂਗੇ। ਤੇ ਉਹ ਰਾਜ ਜਿੱਥੇ ਹਰ ਇੱਕ ਨੂੰ, ਜਿਸ ਤਰ੍ਹਾਂ ਤੁਸੀਂ ਵੀ ਇਤਿਹਾਸ ਨੂੰ ਪੜ੍ਹਦੇ ਹੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜ੍ਹਦੇ ਹੋ, ਤੁਸੀਂ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਪੜ੍ਹਿਆ ਸੁਣਿਆ ਬਜ਼ੁਰਗਾਂ ਕੋਲੋਂ, ਵੀ ਅਸੀਂ ਉਸ ਤਰ੍ਹਾਂ ਦਾ ਇੱਕ ਰਾਜ, ਜਿਹੜੀ ਜਿਸ ਰਾਜ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ, ਜਿਹਦੇ ਦਰ 'ਤੇ ਅਸੀਂ ਖੜ੍ਹੇ ਹਾਂ, ਜਿਸ ਰਾਜ ਦੀ ਗੱਲ ਉਹਨਾਂ ਨੇ ਕੀਤੀ ਆ, ਅਸੀਂ ਉਸ ਰਾਜ ਦੀ ਪ੍ਰਾਪਤੀ ਲਈ ਗੱਲ ਕरें। ਇਹੀ ਕਾਰਨ ਬਣਿਆ ਕਿ ਜੇ ਅਸੀਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਕੇ ਹਿੰਦੁਸਤਾਨ ਵਿੱਚ ਜੀਣਾ ਚਾਹੀਏ ਤੇ ਅਸੀਂ ਅੱਜ ਵੀ ਜੀ ਸਕਦੇ ਹਾਂ, ਪਰ ਅਸੀਂ ਅਣਖ, ਗੈਰਤ, ਹੱਕਾਂ ਦੇ ਵਾਸਤੇ ਲੜ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ, ਦੇਸ਼ਾਂ ਤੋਂ ਬਾਹਰ, ਵਿਦੇਸ਼ਾਂ ਤੋਂ ਬਾਹਰ, ਰਿਸ਼ਤੇਦਾਰੀਆਂ ਤੋਂ ਦੂਰ, ਭੈਣਾਂ ਭਰਾਵਾਂ ਤੋਂ ਦੂਰ, ਮਾਂ ਪਿਓ ਨਾਲੋਂ ਦੂਰ ਰਹਿ ਕੇ ਜੇ ਅਸੀਂ ਆਪਣੀ ਕੌਮ ਦੇ ਘਰ ਵਾਸਤੇ ਕੋਈ ਗੱਲ ਕਰ ਸਕੀਏ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਕੇ, ਉਹਨਾਂ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਉਹਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਅਸੀਂ ਕੋਈ ਗੱਲ ਕਰ ਸਕੀਏ, ਤੇ ਸਾਨੂੰ ਜਿਹੜੀਆਂ ਜਲਾਵਤਨੀਆਂ ਨੇ ਸਾਡੀਆਂ, ਉਹ ਸਾਡੇ ਲਈ ਇੱਕ ਖੁਸ਼ੀ ਹੈ ਵੀ ਅਸੀਂ ਜਲਾਵਤਨ ਹੋ ਕੇ ਵੀ ਆਪਣੀ ਕੌਮ ਲਈ, ਆਪਣੇ ਪੰਥ ਲਈ, ਆਪਣੀ ਆਵਾਮ ਲਈ, ਉਸ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਵਾਸਤੇ ਆਵਾਜ਼ ਬੁਲੰਦ ਕਰ ਸਕੀਏ। ਹੁਣ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰਦੇ ਹਾਂ, ਧਾਰਾ 370 ਹਟਾਈ ਗਈ, ਉਹਨਾਂ ਦੇ ਹੱਕ ਖੋਏ ਗਏ, ਉਹਨਾਂ ਵਾਸਤੇ ਵੀ ਅਸੀਂ UN ਵਿੱਚ ਗਏ, ਜਾ ਕੇ ਉੱਥੇ ਪ੍ਰੋਟੈਸਟ ਕੀਤੇ ਤੇ ਉੱਥੇ MPਆਂ ਨੂੰ ਮਿਲੇ। ਕਿਉਂਕਿ ਸਾਡਾ ਗੁਰੂ ਨਾਨਕ ਦੇ ਦਰ ਦਾ, ਜਿਹੜਾ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ, ਉਹ ਸਰਬੱਤ ਦੇ ਭਲੇ ਦਾ ਹੈ। ਉਹਦੇ ਲਈ ਇਹ ਨਹੀਂ ਸਿੱਖਾਂ ਨਾਲ ਜ਼ੁਲਮ ਹੋ ਰਿਹਾ ਜਾਂ ਮੁਸਲਮਾਨਾਂ ਨਾਲ, ਕ੍ਰਿਸਚਨਾਂ ਜਾਂ ਹਿੰਦੂਆਂ ਨਾਲ। ਜੇ ਤੇ ਹਿੰਦੂਆਂ ਨਾਲ ਹੁੰਦਾ ਸੀ ਉੱਥੇ ਵੀ ਆਵਾਜ਼ ਬੁਲੰਦ ਕਰਦੇ ਹਾਂ, ਪਰ ਅਸੀਂ ਇਸ ਆਵਾਜ਼ ਬੁਲੰਦ ਕਰਨ ਵਾਸਤੇ, ਇਸ ਗੁਲਾਮੀ ਦਾ ਜਿਹੜਾ ਜੂੜਾ ਸਾਡੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਪਾਇਆ, ਇਹਨੂੰ ਲਾਉਣ ਵਾਸਤੇ ਅਸੀਂ ਉਸ ਧਰਤੀ ਨੂੰ ਛੱਡ, ਕਿਉਂਕਿ ਉੱਥੇ ਤੁਹਾਨੂੰ ਪਤਾ ਬਹੁਤ ਸਿੱਖਾਂ ਨੂੰ ਮਾਰਿਆ ਗਿਆ, ਬਹੁਤਾਂ ਨੂੰ ਨਜ਼ਰਬੰਦ ਰੱਖਿਆ ਗਿਆ, 30 ਸਾਲ ਤੋਂ ਅਜੇ ਵੀ ਨਜ਼ਰਬੰਦ ਨੇ। ਉਹਨਾਂ ਦੀ ਮਤਲਬ ਕੈਦਾਂ, ਸਜ਼ਾਵਾਂ ਵੀ ਖਤਮ ਹੋ ਚੁੱਕੀਆਂ ਨੇ। ਸਿੱਖਾਂ ਲਈ ਦੋਹਰਾ ਮਾਪਦੰਡ, ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨੂੰ ਕੁਰਸੀਆਂ ਦੇ ਰਹੇ ਆ, ਜਿਹੜੇ ਸਿੱਖਾਂ ਨੂੰ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਉਹਨੂੰ ਜੇਲ੍ਹਾਂ ਵਿੱਚੋਂ ਅਜੇ ਨਜ਼ਰਬੰਦੀ ਆ, ਉਹਨਾਂ ਦੀ ਨਹੀਂ, ਉਹਨਾਂ ਨੂੰ ਬਾਹਰ ਕੱਢ ਰਹੇ। ਇਸ ਕਰਕੇ ਇਹ ਸਾਰੀਆਂ ਆਵਾਜ਼ਾਂ, ਜਦੋਂ ਅਸੀਂ ਉੱਥੋਂ ਕੋਈ ਆਵਾਜ਼ ਬੁਲੰਦ ਕਰਦਾ ਹੈ, ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਕੇਸ ਪਾ ਕੇ ਉਹਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਜਾਂਦਾ ਹੈ। ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਡੈਮੋਕ੍ਰੇਟਿਕ ਤਰੀਕੇ ਦੇ ਨਾਲ, ਅਸੀਂ ਨਾਲ, ਤਾਂ ਮੈਂ ਕਿਹਾ ਏਸ਼ੀਆ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੋਊਗੀ, ਬਹੁਤ ਜ਼ਿਆਦਾ ਤਬਦੀਲੀ ਹੋਊਗੀ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜੇ ਸਾਰੇ ਭਾਈਚਾਰੇ ਵਿੱਚ ਇੱਕ ਸਰਬੱਤ ਦੇ ਭਲੇ ਵਾਲੇ ਕਨਸੈਪਟ ਨੂੰ ਲੈ ਕੇ ਅਸੀਂ ਸਾਰੇ ਇਸ ਮਤਲਬ ਉਸ ਇੱਕ ਨੀਲੀ ਛਤਰੀ ਦੇ, ਉਸ ਅਕਾਲ ਪੁਰਖ, ਉਸ ਅੱਲਾਹ ਤਾਲਾ ਦੇ ਮਤਲਬ ਉਹਦੇ ਹੁਕਮ ਦੇ ਅੰਦਰ ਰਹਿ ਕੇ ਅਸੀਂ ਆਪਣੇ ਇਸ ਭਾਈਚਾਰਕ ਸਾਂਝ ਨੂੰ ਅਸੀਂ ਹੋਰ ਜੋੜ ਸਕੀਏ। ਸਰਦਾਰ ਜੀ, ਇਕੱਠੇ ਤੁਸੀਂ ਸਾਰੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ, ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਸਾਨੂੰ ਆਪਣੇ ਦਰ ਆ ਕੇ ਨਮਸਕਾਰ ਕਰਨ ਦੀ ਤਾਕਤ ਬਖਸ਼ੀ ਜੀ। ਤੇ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਆਵਾਜ਼ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਹੋ। ਸਰਦਾਰ ਜੀ, ਆਪਣਾ ਕੀ ਨਾਮ ਆ? ਮੇਰਾ ਨਾਮ ਪ੍ਰਿਥੀਪਾਲ ਸਿੰਘ ਜੀ। ਕੀ ਕਰਦੇ ਜੀ? ਪ੍ਰੋਫੈਸ਼ਨ ਤੁਹਾਡਾ? ਪ੍ਰੋਫੈਸ਼ਨ ਸਾਡਾ ਇੰਡੀਪੈਂਡੈਂਟ ਬਿਜ਼ਨਸ ਹੈ ਜੀ। ਅੱਛਾ ਜੀ, ਪਿੱਛੋਂ ਕਿਹੜੇ ਇਲਾਕੇ ਨਾਲ ਤਾਲੁਕ ਹੈ? ਪਿੱਛੋਂ ਪੰਜਾਬ ਤੋਂ ਅਸੀਂ ਬਿਆਸ ਏਰੀਆ, ਮੰਡ ਏਰੀਆ ਕਹਿੰਦੇ ਉਹਨੂੰ, ਅੰਮ੍ਰਿਤਸਰ ਤੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਮਿਡਲ ਤੇ ਏਰੀਆ। ਅੱਛਾ, ਤੁਹਾਡੇ ਗਰੁੱਪ ਦੇ ਇੱਕ ਸਰਦਾਰ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ, ਕਹਿ ਰਹੇ ਸੀ ਕਿ ਅਸੀਂ ਇੱਕ ਬੜੇ ਅਰਸੇ ਤੋਂ ਜਿਹੜਾ ਹੈ ਜਰਮਨ 'ਚ ਰਹਿ ਰਹੇ ਹਾਂ ਔਰ ਹਿੰਦੁਸਤਾਨ 'ਚ ਸਾਡੇ ਜਾਣ ਤੇ ਪਾਬੰਦੀ ਹੈ। ਕੀ ਵਜੂਹਾਤ ਨੇ, ਕਿਉਂ ਪਾਬੰਦੀ ਹੈ? ਤੁਹਾਡੇ ਤੇ ਵੀ ਪਾਬੰਦੀ ਹੈ? ਹਾਂਜੀ, 30 ਸਾਲ ਹੋ ਗਏ, ਮੈਂ ਵੀ ਵਾਪਸ ਨਹੀਂ ਗਿਆ ਜੀ। ਅੱਛਾ ਜੀ, ਹਾਂਜੀ। ਕੀ ਵਜ੍ਹਾ ਬਣੀ? ਬਸ ਵਜ੍ਹਾ ਉਹੀ ਜੋ ਉਹਨਾਂ ਨੇ, ਸਾਡੇ ਵੱਡੇ ਭਰਾ ਉਹਨਾਂ ਨੇ ਦੱਸ ਦਿੱਤਾ ਤੁਹਾਨੂੰ ਵੀ ਜੋ ਸਾਨੂੰ ਹੱਕ ਨਹੀਂ ਮਿਲਦੇ ਉਹ ਅਸੀਂ ਲੈਣੇ ਚਾਹੁੰਦੇ ਹਾਂ। ਅਸੀਂ ਕਾਨੂੰਨੀ ਤੌਰ 'ਤੇ ਵੀ ਲੈਣੇ ਚਾਹੁੰਦੇ ਹਾਂ, ਕਾਨੂੰਨ ਦੇ ਵਿੱਚ ਰਹਿ ਕੇ, ਪਰ ਉਹ ਕਾਨੂੰਨ ਦੇ ਵਿੱਚ ਰਹਿ ਕੇ ਵੀ ਨਹੀਂ ਸੁਣੀ ਜਾਂਦੀ ਤੇ ਫਿਰ ਬਾਗੀ ਤਾਂ ਹੋਣਾ ਪੈਂਦਾ ਹੀ ਆ। ਤੁਸੀਂ ਕਿੰਨੇ ਅਰਸੇ ਤੋਂ ਹਿੰਦੁਸਤਾਨ ਨਹੀਂ ਗਏ? ਜੀ ਮੈਂ 1990 ਤੋਂ ਬਾਅਦ ਹਿੰਦੁਸਤਾਨ ਨਹੀਂ ਗਿਆ ਤੇ ਉਸ ਤੋਂ ਪਹਿਲਾਂ 1987 ਤੋਂ ਮੈਂ ਆਪਣਾ ਘਰ ਛੱਡਿਆ ਹੋਇਆ ਆ
ਤੇ ਅੱਜ ਤੱਕ ਮੁੜ ਕੇ ਦੁਬਾਰਾ ਆਪਣੇ ਘਰ ਨਹੀਂ ਗਏ। ਤੇ ਆ ਤੇ ਗੁਰੂ ਨਾਨਕ ਦੀ ਮਿਹਰ ਹੋਈ ਆ ਕਿ ਉਹਨਾਂ ਨੇ ਆਪਣੇ ਦਰ ਤੇ ਲਿਆਉਣਾ ਸੀ ਤੇ ਇੱਥੇ ਪਹੁੰਚ ਗਏ ਆ। ਅੱਛਾ, ਇੱਥੇ ਹਰ ਸਾਲ ਆਉਂਦੇ ਹੋ ਜਾਂ ਕੋਈ ਗੈਪ ਵੀ ਆਉਂਦਾ? ਤੇ ਨਹੀਂ, ਪਿਛਲੇ ਸਾਲ ਨਹੀਂ ਆਏ, ਉਸ ਤੋਂ ਪਿਛਲੇ ਸਾਲ ਆਏ ਸੀਗੇ। ਹੁਣ ਅੱਗੇ ਵਾਸਤੇ ਹੁਣ ਫਿਰ ਦੁਬਾਰਾ ਆਏ ਆ। ਅੱਗੇ ਵਾਸਤੇ ਕੋਸ਼ਿਸ਼ ਹੈ ਕਿ ਜਦੋਂ ਵੀ ਅਕਾਲ ਪੁਰਖ ਦੀ ਰੱਬ ਦੀ ਜਾਤ ਦੀ ਰਹਿਮਤ ਹੋਵੇ ਤੇ ਉਹਨੂੰ ਪ੍ਰਵਾਨ ਹੋਵੇ, ਉਸੇ ਟਾਈਮ ਹੀ ਅਸੀਂ ਇੱਥੇ ਆਈਏ। ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਇੱਥੇ ਸਮਾਂ ਗੁਜ਼ਾਰਨ ਦੀ ਹੈ। ਅੱਛਾ, ਇੱਥੇ ਤੁਸੀਂ ਆਉਂਦੇ ਹੋ, ਕਦੇ ਐਸਾ ਇਤਫਾਕ ਹੋਇਆ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਰਿਲੇਟਿਵ ਵੀ ਆ ਗਏ ਹੋਣ ਜਾਂ ਉਹਨਾਂ ਨਾਲ ਕੰਟੈਕਟ ਕਰਕੇ ਆਉਂਦੇ ਹੋ? ਨਹੀਂ, ਅਸੀਂ ਕਿਸੇ ਨਾਲ ਕੰਟੈਕਟ ਘੱਟ ਕਰਦੇ ਹਾਂ ਕਿਉਂਕਿ ਅਸੀਂ ਅਗਰ ਆਪਣੇ ਮੋਬਾਈਲਾਂ ਤੋਂ ਫੋਨ ਵੀ ਹਿੰਦੁਸਤਾਨ ਵਿੱਚ ਕਰਦੇ ਹਾਂ ਤੇ ਜੇ ਇਹਨਾਂ ਨਾਲ ਕੰਟੈਕਟ ਕੀਤਾ ਜਾਂਦਾ ਦੂਸਰੇ ਦਿਨ ਉਹਨਾਂ ਦੀ ਵੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਆ। ਅੱਛਾ ਜੀ, ਹਾਂਜੀ, ਇਸ ਕਰਕੇ ਅਸੀਂ ਕੰਟੈਕਟ ਨਹੀਂ ਕਰਦੇ। ਸੰਗਤ ਦੇ ਰੂਪ ਵਿੱਚ ਅੱਜ ਤੱਕ ਮੇਰੇ ਆਪਣੇ ਪਰਿਵਾਰ ਦਾ ਕੋਈ ਜੀ ਨਹੀਂ ਮਿਲਿਆ ਤੇ ਨਾ ਹੀ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਅੱਜ ਤੱਕ ਮਿਲ ਸਕਿਆ। ਮੇਰੇ ਤੋਂ ਕਾਫੀ ਸਾਰੇ ਜਿਹੜੇ ਆ ਉਹ ਰੱਬ ਨੂੰ ਜਾਂ ਪਿਆਰੇ ਵੀ ਹੋ ਗਏ, ਉਹਦੇ ਦਰ ਤੇ ਵੀ ਪਹੁੰਚ ਗਏ ਆ, ਸਰੀਰ ਤਾਂ ਆਪਣਾ ਛੱਡ ਕੇ ਤੇ ਆਪਣੀ ਮਿੱਟੀ ਉਹ ਛੱਡ ਚੁੱਕੇ ਆ। ਲੇਕਿਨ ਸਾਰਿਆਂ ਨਾਲ ਮੁਲਾਕਾਤ ਮੇਨ ਜਿੱਦਾਂ ਲਾ ਲਓ ਤੁਸੀਂ ਆਪਣੇ ਬਾਪ ਨਾਲ ਨਹੀਂ ਹੋਈ। ਤੇ ਪਰ ਇਹ ਮਸਲਾ ਇਸ ਤਰ੍ਹਾਂ ਆ ਕਿ ਸਾਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ, ਕਿਉਂਕਿ ਜਦੋਂ ਤੁਸੀਂ ਆਪਣੇ ਹੱਕ ਮੰਗਣ ਦੇ ਵਾਸਤੇ ਕਿਸੇ ਵੀ ਹਕੂਮਤਾਂ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀਆਂ ਆਵਾਮ ਨੂੰ ਜਾਂ ਘੱਟ ਗਿਣਤੀ ਨੂੰ, ਖਾਸ ਕਰ ਜਿੱਦਾਂ ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਤੇ ਜਾਂ ਹੋਰ ਘੱਟ ਗਿਣਤੀਆਂ ਨੂੰ, ਕ੍ਰਿਸਚਨ ਵੀ ਹੋ ਸਕਦੇ ਆ, ਉਹਨਾਂ ਨੂੰ ਦਬਾਇਆ ਜਾਂਦਾ। ਇਸੇ ਤਰ੍ਹਾਂ ਕੁਛ ਕੁ ਕੌਮਾਂ ਜਿਹੜੀਆਂ ਉਹ ਗੁਲਾਮੀ ਨੂੰ ਕਬੂਲ ਕਰ ਲੈਂਦੀਆਂ, ਕੁਛ ਕੁ ਸਰੀਰ ਇਹੋ ਜਿਹੇ ਹੁੰਦੇ ਆ ਜਿਹੜੇ ਗੁਲਾਮੀ ਨੂੰ ਕਬੂਲ ਨਹੀਂ ਕਰਦੇ ਤੇ ਉਹ ਗੁਰੂ ਨਾਨਕ ਦੇ ਸਿਧਾਂਤ ਦੀ ਕਸਮ ਖਾ ਕੇ ਨਹੀਂ ਬੈਠਦਾ, ਉਹ ਆਪਣੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੀ ਕਸਮ ਖਾ ਕੇ ਬੈਠਦਾ ਆ ਤੇ ਉਹ ਉਹਦੇ ਹੱਕ ਵਿੱਚ ਹੀ ਭੁਗਤੇਗਾ। ਚਾਹੇ ਉਹਦਾ ਚਿਹਰਾ ਸਾਡੀਆਂ ਕਹਿ ਲਓ ਕਿ ਪਬਲਿਕ ਨੂੰ ਨਾਲ ਲੈਣ ਦੇ ਵਾਸਤੇ, ਪਬਲਿਕ ਨੂੰ ਭਰਮਾਉਣ ਦੇ ਵਾਸਤੇ, ਵੋਟਾਂ ਲੈਣ ਦੇ ਵਾਸਤੇ, ਚਾਹੇ ਉਹ ਆਪਣੇ ਵੱਲੋਂ ਜ਼ਾਹਰ ਕਰਦਾ ਹੋਵੇ, ਪਰ ਐਕਚੁਅਲੀ ਉਹਦਾ ਨਿਸ਼ਾਨਾ ਕੁਰਸੀ ਹੁੰਦਾ, ਇਸ ਤੋਂ ਅੱਗੇ ਕੁਛ ਨਹੀਂ ਹੁੰਦਾ। ਕਿ ਜਿਹੜੀਆਂ ਰਾਜ ਮਿਲਦੇ ਆ ਉਹ ਕੁਰਸੀਆਂ ਦੇ ਨਾਲ ਨਹੀਂ ਮਿਲਦੇ। ਰਾਜ ਤਾਂ ਫਿਰ ਇਸ ਤਰ੍ਹਾਂ ਹੀ ਮਿਲਦੇ ਕਿ ਸਾਹਮਣੇ ਹਿੱਕ ਡਾਹ ਕੇ ਜਾਂ ਲਵੋ ਜਾਂ ਕਰੋ ਤੇ ਜਾਂ ਮਰੋ। ਅੱਛਾ, ਜਰਮਨ 'ਚ ਕਿੰਨੀ ਕੁ ਸਿੱਖ ਕਮਿਊਨਿਟੀ ਆ, ਪੋਪੂਲੇਸ਼ਨ? ਤਕਰੀਬਨ 10-12 ਹਜ਼ਾਰ ਤੋਂ ਜ਼ਿਆਦਾ ਆ ਜੀ। ਉੱਥੇ ਕੋਈ ਤਨਜ਼ੀਮ ਵਗੈਰਾ ਬਣਾਈ, ਤਨਜ਼ੀਮ ਸਾਜ਼ੀ ਕੀਤੀ ਆ ਜਾਂ ਕਿਸ ਤਰ੍ਹਾਂ ਆਪਸ 'ਚ ਕੰਟੈਕਟ 'ਚ ਹੋ ਇੱਕ ਦੂਜੇ ਦੇ? ਜਿਵੇਂ ਤੁਸੀਂ ਆ ਸਾਨੂੰ ਪੰਜਾਂ ਨੂੰ ਦੇਖ ਰਹੇ ਆ, ਅਸੀਂ ਪੰਜੇ ਹੀ ਉਸ ਤਨਜ਼ੀਮ ਦਾ ਹੀ ਹਿੱਸਾ ਆ। ਠੀਕ ਹੈ, ਇਸੇ ਤਰ੍ਹਾਂ ਹਜ਼ਾਰਾਂ ਹੋਰ ਵੀ ਹੈਗੇ ਨੇ ਜਿਹੜੇ ਤਨਜ਼ੀਮ ਦਾ ਹੀ ਹਿੱਸਾ ਨੇ ਤੇ ਇੱਕ ਦੂਜੇ ਨਾਲ ਕੰਟੈਕਟਰ ਨੇ ਤੇ ਕੋਈ ਵੀ ਅਸੀਂ ਕਾਰਜ ਜੋ ਕਰਨਾ ਹੈ ਉਹ ਇੱਕ ਦੂਜੇ ਨਾਲ ਮਿਲ ਕੇ ਵਿਚਾਰ ਕੇ ਕਰ ਲਈਏ। ਵਿਊਅਰਸ, ਜਰਮਨ ਤੋਂ ਆਏ ਸਿੱਖ ਸਰਦਾਰਾਂ ਨਾਲ ਗੱਲਬਾਤ ਕਰ ਰਹੇ ਸਾਂ। ਬੜੇ ਬਹੁਤ ਬੁਰੇ ਹਾਲਾਤ ਨੇ ਪੰਜਾਬ 'ਚ, ਹਿੰਦੁਸਤਾਨੀ ਪੰਜਾਬ 'ਚ, ਔਰ ਹਿੰਦੁਸਤਾਨ ਸਰਕਾਰ ਇਲ ਟ੍ਰੀਟ ਕਰ ਰਹੀ ਹੈ ਸਿੱਖਾਂ ਨੂੰ ਉੱਥੇ ਸਿਰਫ ਇਸ ਲਈ ਕਿ ਆਪਣਾ ਰਾਈਟ ਮੰਗਦੇ ਨੇ। ਉਮੀਦ ਹੈ ਕਿ ਵਾਹਿਗੁਰੂ ਜੀ ਕਿਰਪਾ ਕਰਨਗੇ ਔਰ ਇਹਨਾਂ ਨੂੰ ਇਹਨਾਂ ਦੇ ਰਾਈਟਸ ਬਹੁਤ ਜਲਦ ਮਿਲਣਗੇ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ। ਬਹੁਤ ਸ਼ੁਕਰੀਆ ਜੀ।